ਜੋ ਅੱਜ ਦਾ ਆਪਾਂ ਪਾਵਨ ਤੇ ਪਵਿੱਤਰ ਦਿਹਾੜਾ ਮਨਾ ਰਹੇ ਹਾਂ। ਬਾਣੀ ਕੇ ਬੋਹਿਤ ਪੋਥੀ ਪਰਮੇਸ਼ਰ ਕਾ ਥਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਹਿਲਾ ਪ੍ਰਕਾਸ਼ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕਰਵਾਇਆ। ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਨੂੰ ਇੱਕ ਥਾਂ ਦੇ ਉੱਪਰ ਇਕੱਤਰ ਕਰਕੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਇਹ ਗੁਰਬਾਣੀ ਦਾ ਮਹਾਨ ਕੁੰਭ ਰਚਿਆ। ਸੋ ਆਓ ਗੁਰੂ ਕਿਰਪਾ ਦੇ ਨਾਲ ਕੁਝ ਸਮਾਂ ਮਿਲ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਨਾਲ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਵਡਿਆਈ ਸਾਂਝਾ ਕਰੀਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਇਹ ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਸਵਰੂਪ ਤਿਆਰ ਕਰਵਾਇਆ। ਫਿਰ ਗੁਰਬਾਣੀ ਦਾ ਕਿੰਨਾ ਅਦਬ ਤੇ ਸਤਿਕਾਰ ਕਰਨਾ ਹੈ। ਇਹਦੋਂ ਤੋਂ ਹਜੂਰ ਸਾਨੂੰ ਜਾਣੂ ਕਰਵਾ ਕਰਕੇ ਗਏ। ਕੈਸੀਆਂ ਰਹਿਮਤਾਂ ਤੇ ਬਖਸ਼ਾਂ ਸਤਿਗੁਰਾਂ ਨੇ ਵਰਤਾਈਆਂ ਤੇ ਪਾਵਨ ਤੇ ਪਵਿੱਤਰ ਸਤਿਗੁਰਾਂ ਦੀ ਗੁਰਬਾਣੀ ਨੂੰ ਇਕੱਤਰ ਕਰਨਾ, ਇਹਦੇ ਮੁੱਖ ਕਾਰਨ ਕੀ ਸਨ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਲੈ ਕਰਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਪ ਬ੍ਰਹਮ ਸਰੂਪ ਹੋ ਕਰਕੇ ਨਿਰੰਕਾਰ ਦਾ ਸਰੂਪ ਧਾਰਨ ਕਰਕੇ ਧਰਤੀ ਤੇ ਆਉਂਦੇ ਨੇ, ਤਾਂ ਜਿੱਥੇ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਜਗਤ ਜਲੰਦੇ ਨੂੰ ਤਾਰਨ ਦੇ ਵਾਸਤੇ ਅਨੇਕਾਂ ਹੀ ਦੇਸ਼ਾਂ ਦੇ ਅੰਦਰ ਥਾਏ ਪ੍ਰਥਾਏ ਜਾ ਕਰਕੇ ਉਪਦੇਸ਼ ਦਿੱਤਾ। ਉੱਥੇ ਨਾਲ ਦੀ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਭਾਈ ਮਰਦਾਨੇ ਨੂੰ ਰਬਾਬ ਛੇੜਨ ਦੇ ਵਾਸਤੇ ਸਤਿਗੁਰੂ ਕਹਿੰਦੇ ਨੇ। ਭਾਈ ਮਰਦਾਨਾ ਜੀ ਜਦੋਂ ਰਬਾਬ ਦੀ ਤਾਰ ਛੇੜਦੇ ਤਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਪਣੇ ਮੁਖ ਦੇ ਵਿੱਚੋਂ ਪਾਵਨ ਗੁਰਬਾਣੀ ਉਚਾਰਨ ਕਰਦੇ ਸਨ। ਜਿਹੜੇ ਵੀ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਉਚਾਰਦੇ ਨੇ, ਉਹ ਸ਼ਬਦ ਇੱਕ ਪੋਥੀ ਰੂਪ ਦੇ ਅੰਦਰ ਜਿਹੜੇ ਸਨ ਉਹ ਲਿਖ ਦਿੰਦੇ ਸਨ। ਸਤਿਗੁਰਾਂ ਨੇ ਬੈਠ ਕਰਕੇ ਕੀਰਤਨ ਕਰਦਿਆਂ ਹੋਇਆਂ ਪਾਵਨ ਸ਼ਬਦ ਉਚਾਰਨ ਕੀਤੇ। ਕਿਸੇ ਦਾ ਉਧਾਰ ਕਰਨ ਦੇ ਵਾਸਤੇ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰੇ ਨੇ। ਕਿਸੇ ਦੇ ਦੁੱਖ ਨੂੰ ਦੂਰ ਕਰਨ ਦੇ ਵਾਸਤੇ ਸਤਿਗੁਰਾਂ ਸ਼ਬਦ ਉਚਾਰਿਆ, ਜਿੱਦਾਂ ਆਪਾਂ ਪੜ੍ਹਦੇ ਹਾਂ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇੱਕ ਕੋੜੀ ਦੇ ਤਨ ਦੇ ਲੱਗੇ ਹੋਏ ਦੁੱਖ ਨੂੰ ਦੂਰ ਕਰਨ ਦੇ ਵਾਸਤੇ ਇਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਪਾਵਨ ਤੇ ਪਵਿੱਤਰ ਸ਼ਬਦ ਉਚਾਰਿਆ। ਇਸੇ ਤਰ੍ਹਾਂ ਇੱਕ ਨਹੀਂ ਅਨੇਕਾਂ ਹੀ ਜੀਵਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ ਤੇ ਪਾਵਨ ਤੇ ਪਵਿੱਤਰ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਜਿਹੜੀ ਸੀ ਉਹਨੂੰ ਉਚਾਰ ਕਰਕੇ ਲਿਖਦੇ ਸਨ। ਇਹਦਾ ਜ਼ਿਕਰ ਆਪਾਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਮਿਲਦਾ ਹੈ।
जिथे भाई गुरदास जी लिखते ने, बाबा फिर मक्के गया, नील बस्त्र धारे बनवारी, आसा हथ किताब कछ, कूंजा बाग मुसल्ला धारी। गुरु नानक दे पातशाह जी दे हथ दे विच एक सोटा भाव के शस्त्र हुंदा सी, तां एक आखदे ने किताब कछ। ਉਹਨੂੰ ਪੋਥੀ ਆਪਾਂ ਆਖ ਸਕਦੇ ਹਾਂ ਕਿ ਜਿਹੜਾ ਜਿਹੜਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਸਨ ਉਸ ਪੋਥੀ ਦੇ ਅੰਦਰ ਲਿਖਿਆ ਜਾਂਦਾ ਸੀ। ਜਿੱਦਣ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਸੱਚਖੰਡ ਨੂੰ ਬਿਆਨਾ ਕਰਦੇ ਨੇ, ਇਹ ਗੁਰਬਾਣੀ ਦੀਆਂ ਪੋਥੀਆਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀਆਂ ਗਈਆਂ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਵੀ ਪਾਵਨ ਗੁਰਬਾਣੀ ਉਚਾਰਨ ਕੀਤੀ। ਇਹ ਪੋਥੀਆਂ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਪਹੁੰਚ ਗਈਆਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਗੁਰਬਾਣੀ ਨੂੰ ਉਚਾਰਨ ਕੀਤਾ, ਤਾਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਗੁਰਤਾ ਗੱਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਦੇ ਨੇ, ਤਾਂ ਸਰੀਰ ਦੇ ਵਿੱਚ ਹੁੰਦਿਆਂ ਹੋਇਆ ਆਪਾਂ ਉਹ ਬਚਨ ਪੜ੍ਹਦੇ ਰਾਮ ਕਲੀ ਸਤ ਦੇ ਅੰਦਰ ਕਿ ਸਾਰੇ ਸਿੱਖ ਸੰਗਤਾਂ ਤੇ ਆਪਣੇ ਪੁੱਤਰਾਂ ਨੂੰ ਇਹ ਬਚਨ ਆਖੇ ਸਨ ਕਿ ਉਠੋ ਭਾਈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਨਤਮਸਤਕ ਹੋ ਜਾਓ। ਸਾਰੀ ਸੰਗਤ ਨੇ ਨਮਸਕਾਰ ਕੀਤੀ, ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਮੋਹਣ ਜੀ ਨੇ ਨਮਸਕਾਰ ਨਹੀਂ ਕੀਤੀ, ਹੰਕਾਰ ਕਰ ਲਿਆ ਮਨ ਦੇ ਅੰਦਰ। ਬਾਬਾ ਮੋਰੀ ਜੀ ਅੱਗੇ ਹੋ ਕਰਕੇ ਨਮਸਕਾਰ ਕਰਦੇ ਨੇ, ਪਰ ਬਾਬਾ ਮੋਹਣ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਨਹੀਂ ਝੁਕਾਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੀ ਆਪਣੀ ਗੁਰਬਾਣੀ ਉਚਾਰਨ ਕੀਤੀ ਸੀ ਅਤੇ ਵੱਡਿਆਂ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਣ ਜੀ ਨੂੰ ਦੇ ਦਿੱਤੀਆਂ, ਤੇ ਨਾਲ ਦੀ ਨਾਲ ਇਹ ਬਚਨ ਆਖੇ ਕਿ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਛੋਟੇ ਸਪੁੱਤਰ ਗੁਰਤਾ ਗੱਦੀ ਤੇ ਵਿਰਾਜਮਾਨ ਹੋਣਗੇ ਨਾ, ਉਹਨਾਂ ਨੇ ਇੱਕ ਮਹਾਨ ਪਾਵਨ ਤੇ ਪਵਿੱਤਰ ਗ੍ਰੰਥ ਰਚਨਾ ਹੈ। ਇਹ ਪਾਵਨ ਗੁਰਬਾਣੀ ਦੀਆਂ ਪੋਥੀਆਂ ਤੁਸੀਂ ਉਹਨਾਂ ਨੂੰ ਦੇਣੀਆਂ, ਹੋਰ ਕਿਸੇ ਨੂੰ ਨਾ ਦਿਓ, ਕਿਉਂਕਿ ਇਹ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਾਲਕ ਛੋਟੀ ਅਵਸਥਾ ਦੇ ਵਿੱਚ ਹੀ ਪ੍ਰਾਪਤ ਹੋ ਗਏ ਸਨ। ਜਿਹੜੇ ਬਚਨ ਆਪਾਂ ਪੜ੍ਹਦੇ ਹਾਂ, ਗੁਰੂ ਕਾ ਦੋਹ ਥਾ ਬਾਣੀ ਕਾ ਬੋਹ ਥਾ, ਇਹ ਬਾਣੀ ਦੇ ਵੱਡੇ ਬਹੁਤ ਹੋਣਗੇ। ਸਮਾਂ ਆਪਣੀ ਚਾਲ ਤੇ ਅੱਗੇ ਚੱਲਦਾ ਗਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਹੋ ਜਾਂਦੇ ਨੇ, ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਵੀ ਪਾਵਨ ਤੇ ਪਵਿੱਤਰ ਗੁਰਬਾਣੀ ਜਿਹੜੀ ਹੈ ਉਚਾਰਨ ਕੀਤੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ ਦੀ ਪੋਥੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਹੈ। ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ, ਤਾਂ ਹਜ਼ੂਰ ਨੇ ਵੀ ਬਹੁਤਾਤ ਦੇ ਵਿੱਚ ਪਾਵਨ ਤੇ ਪਵਿੱਤਰ ਗੁਰਬਾਣੀ ਜਿਹੜੀ ਉਚਾਰਨ ਕਰਕੇ ਰਚੀ ਹੈ। ਇੱਧਰ ਬਾਬਾ ਮੋਹਣ ਜੀ ਗੋਂਦਵਾਲ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਪਰ ਟਿਕੇ ਨੇ, ਪਰ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਚਾਹੇ ਉਹਨਾਂ ਦੀ ਬਹੁਤ ਵੱਡੀ ਬੰਦਗੀ ਤੇ ਭਗਤੀ ਸੇਵਾ ਤੇ ਸਿਮਰਨ ਸੀ, ਪਰ ਮਨ ਅੰਦਰ ਤੋਂ ਤਪਦਾ ਹੀ ਰਹਿੰਦਾ ਹੈ, ਇਹ ਕਦੇ ਵੀ ਸ਼ਾਂਤ ਨਹੀਂ ਹੁੰਦਾ। ਇੱਕ ਵਾਰੀ ਅੰਤਰ ਧਿਆਨ ਹੋ ਕਰਕੇ ਅਰਦਾਸ ਕੀਤੀ, ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿ ਕਿਰਪਾ ਕਰੋ, ਸਾਡੇ ਮਨ ਨੂੰ ਸ਼ਾਂਤੀ ਬਖਸ਼ਿਸ਼ ਕਰ ਦਿਓ। ਤਾਂ ਆਖਦੇ ਹਨ ਕਿ ਬਾਬਾ ਮੋਹਣ ਜੀ ਨੂੰ ਇਹ
ਗਿਆਨ ਜਿਹੜਾ ਅਸੀਂ ਪ੍ਰਾਪਤ ਕਰਵਾਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਇਹ ਸ਼ਾਂਤੀ ਤੁਹਾਨੂੰ ਕਦੋਂ ਪ੍ਰਾਪਤ ਹੋਵੇਗੀ? ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਪੁੱਤਰ ਤੁਹਾਡੇ ਪਾਸ ਚੱਲ ਕਰਕੇ ਆਉਣਗੇ, ਉਹਨਾਂ ਦੇ ਚਰਨਾਂ ਨੂੰ ਆਪਣਾ ਮਸਤਕ ਲਾ ਦਿਓ ਤੇ ਫਿਰ ਜਾ ਕਰਕੇ ਤੁਹਾਨੂੰ ਇਹ ਦਾਤ ਪ੍ਰਾਪਤ ਹੋਣੀ ਹੈ। ਕਿਉਂਕਿ ਤੁਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਾਹਮਣੇ ਉਹਨਾਂ ਨੂੰ ਨਮਸਕਾਰ ਨਹੀਂ ਸੀ ਕੀਤੀ। ਇੱਧਰ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਤੇ ਰਹਿਮਤ ਵਰਤਾ ਰਹੇ ਨੇ। ਇੱਥੇ ਹੋਣ ਕੀ ਲੱਗਾ ਹੈ ਕਿ ਹੁਣ ਕਈ ਕਵੀ ਜਨ ਜਿਹੜੇ ਨੇ ਨਾ, ਉਹ ਕਵਿਤਾ ਬਣਾ ਕਰਕੇ ਤੇ ਅਖੀਰ ਦੇ ਵਿੱਚ ਲਿਆ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਵਰਤ ਦਿੰਦੇ ਨੇ। ਜਿੱਥੇ ਆਪਾਂ ਨੂੰ ਜ਼ਿਕਰ ਮਿਲਦਾ ਹੈ ਕਿ ਬਾਬਾ ਪ੍ਰਿਥੀਆ ਜੀ ਦੇ ਜਿਹੜੇ ਸਪੁੱਤਰ ਸਨ, ਉਹਨਾਂ ਨੇ ਵੀ ਅਨੇਕਾਂ ਪ੍ਰਕਾਰ ਦੀ ਕਾਵਿ ਰਚਨਾ ਜਿਹੜੀ ਹੈ ਉਹ ਰਚੀ ਹੈ, ਤੇ ਉਸ ਕਾਵਿ ਰਚਨਾ ਨੂੰ ਰਚ ਕਰਕੇ ਤੇ ਮੋਹਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਲਾ ਦਿੰਦੇ ਸਨ। ਜਦੋਂ ਸਿੱਖ ਹੁਣ ਪਾਵਨ ਤੇ ਪਵਿੱਤਰ ਗੁਰਬਾਣੀ ਪੜ੍ਹਦੇ ਨੇ ਨਾ, ਤੇ ਕਈ ਵਾਰੀ ਇੱਦਾਂ ਹੁੰਦਾ ਸੀ ਉਸ ਕਾਵਿ ਰਚਨਾ ਨੂੰ ਪੜ੍ਹਦਿਆਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਆਉਣਾ ਤੇ ਸਿੱਖਾਂ ਨੂੰ ਇਸ ਗੱਲ ਦਾ ਭੁਲੇਖਾ ਲੱਗਣ ਲੱਗ ਪਿਆ ਕਿ ਕਿਹੜੀ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੁਖ ਤੋਂ ਉਚਾਰੀ ਹੈ, ਕਿਹੜੀ ਬਾਣੀ ਕਿਸੇ ਕਵੀ ਜਨ ਨੇ ਲਿਖ ਕਰਕੇ ਤੇ ਥੱਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਲਿਖਿਆ ਹੋਇਆ। ਅੱਜ ਵੀ ਆਪਾਂ ਐਸੀਆਂ ਅਨੇਕਾਂ ਭਗਤੀਆਂ ਪੜ੍ਹਦੇ ਹਾਂ, ਜਿਹੜੇ ਸੱਜਣ ਗੁਰਬਾਣੀ ਨਹੀਂ ਪੜ੍ਹਦੇ ਉਹ ਭੁਲੇਖਾ ਖਾ ਸਕਦੇ ਨੇ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਹੁਣ ਇਹ ਸ਼ਬਦ ਗੁਰਬਾਣੀ ਦਾ ਨਹੀਂ ਹੈ। ਗੁਰਬਾਣੀ ਪੜ੍ਹਨ ਵਾਲੇ ਸੱਜਣ ਨੂੰ ਪਤਾ ਹੈ ਦੂਜਾ ਭੁਲੇਖਾ ਖਾ ਸਕਦਾ। ਜਿੱਦਾਂ ਆਪਾਂ ਸ਼ਬਦ ਪੜ੍ਹਦੇ, ਕਈਆਂ ਥਾਵਾਂ ਤੇ ਲਿਖਿਆ ਹੁੰਦਾ ਹੈ, ਨਾਨਕ ਨੀਵਾ ਜੋ ਚੱਲੈ ਲੱਗੇ ਨਾ ਤੱਤੀ ਵਾਓ। ਹੁਣ ਇਹ ਵੀ ਸ਼ਬਦ ਗੁਰਬਾਣੀ ਦਾ ਨਹੀਂ ਹੈ, ਪਰ ਸੁਣਨ ਵਾਲੇ ਨੂੰ ਤੇ ਪੜ੍ਹਨ ਵਾਲੇ ਨੂੰ ਕਈ ਵਾਰੀ ਅਣਜਾਣ ਨੂੰ ਭੁਲੇਖਾ ਪੈ ਸਕਦਾ ਕਿ ਹੋ ਸਕਦਾ ਹੈ ਇਹ ਭਗਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੋਣ। ਇਸ ਤਰ੍ਹਾਂ ਜਿਹਨੂੰ ਆਪਾਂ ਕੱਚੀ ਬਾਣੀ ਕਹਿ ਦਿੰਦੇ ਹਾਂ, ਇਸ ਤਰ੍ਹਾਂ ਵਿੱਚ ਜਦੋਂ ਰਲਾ ਹੋਣਾ ਸ਼ੁਰੂ ਹੋ ਗਿਆ ਤਾਂ ਫਿਰ ਸਿੱਖਾਂ ਨੇ ਬੇਨਤੀ ਕੀਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਤੇ ਰਹਿਮਤ ਕਰੋ। ਬਹੁਤ ਸਾਰੇ ਜਿਹੜੇ ਸੱਜਣ ਨੇ ਉਹ ਕੱਚੀ ਬਾਣੀ ਲਿਖਣ ਲੱਗ ਪਏ ਨੇ, ਜਿਸ ਕਰਕੇ ਸਿੱਖਾਂ ਨੂੰ ਭੁਲੇਖਾ ਪੈ ਜਾਂਦਾ ਹੈ। ਤੇ ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਬਚਨ ਪਹਿਲਾਂ ਲਿਖ ਗਏ ਸਨ ਕਿ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ, ਜਿਹੜੀ ਧੰਨ ਗੁਰੂ ਸਤਿਗੁਰਾਂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਹੈ ਨਾ, ਕੇਵਲ ਤੇ ਕੇਵਲ ਧੁਰੋਂ ਆਈ ਗੁਰਬਾਣੀ ਉਹੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸੱਚੀ ਬਾਣੀ ਗਾਉਣ ਦਾ ਸਾਨੂੰ ਹੁਕਮ ਹੋਇਆ, ਪਰ ਸਤਿਗੁਰੂ ਕਰੀਏ ਕੀ ਭੁਲੇਖਾ ਪੈਣ ਲੱਗ ਪਿਆ ਹੈ। ਕਈ ਕਾਵਿ ਰਚਨਾ ਵਾਲੇ ਗੁਰਬਾਣੀ ਲਿਖਣ ਲੱਗ ਪਏ ਨੇ। ਬਾਬੇ ਪ੍ਰਿਥੀਏ ਨੇ ਵੀ ਕਈ ਪ੍ਰਕਾਰ ਦੀਆਂ ਕਾਵਿ ਰਚਨਾ ਬਣਾ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾਉਣੀ ਸ਼ੁਰੂ ਕਰ ਦਿੱਤੀ ਹੈ। ਤਾਂ ਫਿਰ ਸਾਰੇ ਸਿੱਖਾਂ ਦੀ ਬੇਨਤੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਵਰਗੇ ਅਨਕ ਸਿੱਖ ਗੁਰੂ ਸਾਹਿਬ ਜੀਆਂ ਦੀ ਬੇਨਤੀ ਕੀਤੀ ਗਈ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹੁਕਮ ਕੀਤਾ। ਕਹਿਣ ਲੱਗੇ, ਭਾਈ ਇੱਕ ਪੱਤਰਕਾ ਲੈ ਕਰਕੇ ਹੁਕਮਨਾਮੇ ਲਿਖੇ ਜਾਣ, ਵੱਖੋ ਵੱਖ ਦੇਸ਼ਾਂ ਦੇ ਵਿੱਚ ਭੇਜ ਦਿਓ। ਉਹਨਾਂ ਦੇ ਉੱਪਰ ਲਿਖਿਆ ਜਾਵੇ ਕਿ ਜਿਨ੍ਹਾਂ ਦੇ ਵੀ ਕੋਲ ਵੱਡਿਆਂ ਸਤਿਗੁਰਾਂ ਦੀ ਕੋਈ ਗੁਰਬਾਣੀ ਦੀ ਪੋਥੀ ਹੈ, ਜਿਨ੍ਹਾਂ ਨੂੰ ਸਤਿਗੁਰੂ ਬਖਸ਼ਿਸ਼ ਕਰਕੇ ਗਏ ਨੇ, ਉਹ ਸਾਰੇ ਪਾਵਨ ਗੁਰਬਾਣੀ ਦੀਆਂ ਪੋਥੀਆਂ ਅੰਮ੍ਰਿਤਸਰ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਪਰ ਲਿਆਂਦੀਆਂ ਜਾਣ। ਕਿਉਂਕਿ ਅਸੀਂ ਇਸ ਸਾਰੀ ਗੁਰਬਾਣੀ ਨੂੰ ਇੱਕ ਥਾਂ ਦੇ ਉੱਪਰ ਇਕੱਤਰ ਕਰਕੇ ਤੇ ਧੰਨ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਮਹਾਨ ਗ੍ਰੰਥ ਲਿਖਣਾ ਹੈ। ਇਹ ਪੱਤਰਕਾ ਵੱਖੋ ਵੱਖ ਦੇਸ਼ਾਂ ਦੇ ਅੰਦਰ ਭੇਜ ਦਿੱਤੀਆਂ ਗਈਆਂ।
ਜਿਨ੍ਹਾਂ ਜਿਨ੍ਹਾਂ ਦੇ ਕੋਲ ਵੱਡਿਆਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਸੀ, ਉਹ ਸੱਜਣ ਪਾਵਨ ਗੁਰਬਾਣੀ ਦੀਆਂ ਪੋਥੀਆਂ ਲੈ ਕਰਕੇ ਸਤਿਗੁਰਾਂ ਦੇ ਪਾਸ ਪਹੁੰਚ ਗਏ। ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਦੇ ਪਾਸ ਸੀ, ਪਰ ਬਹੁਤਾਤ ਦੇ ਵਿੱਚ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ, ਗੁਰੂ ਅੰਗਦ ਦੇ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਪਾਸ ਸਨ, ਗੋਂਦਵਾਲ ਦੀ ਧਰਤੀ ਦੇ ਉੱਪਰ। ਤਾਂ ਸਤਿਗੁਰੂ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਨੇ ਕਿ ਭਾਈ ਆਪਾਂ ਨੂੰ ਉਹ ਮਹਾਨ ਪੋਥੀਆਂ ਜਿਹੜੀਆਂ ਗੋਂਦਵਾਲ ਤੋਂ ਪ੍ਰਾਪਤ ਹੋਣੀਆਂ ਨੇ ਬਾਬਾ ਮੋਹਨ ਜੀ ਪਾਸੋਂ। ਭਾਈ ਗੁਰਦਾਸ ਜੀ ਉੱਠ ਕਰਕੇ ਖੜੇ ਹੋਏ, ਹੱਥ ਜੋੜ ਕਰਕੇ ਆਖਿਆ ਕਿ ਸਤਿਗੁਰੂ ਕਿਰਪਾ ਕਰਕੇ ਉਹ ਪੋਥੀਆਂ ਲਿਆਉਣ ਦੀ ਸੇਵਾ ਸਾਨੂੰ ਦੇ ਦਿਓ। ਹਜ਼ੂਰ ਜਾਣਦੇ ਸਨ ਕਿ ਅਸੀਂ ਆਪ ਚੱਲ ਕਰਕੇ ਜਾਣਾ ਤੇ ਫਿਰ ਇਹ ਕਾਰਜ ਪੂਰਾ ਹੋਣਾ ਹੈ, ਪਰ ਸਿੱਖਾਂ ਦੀ ਭਾਵਨਾ ਨੂੰ ਵੀ ਸਤਿਗੁਰੂ ਤੋੜਨਾ ਨਹੀਂ ਸਨ ਚਾਹੁੰਦੇ। ਇਸ ਕਰਕੇ ਸਾਰਿਆਂ ਤੋਂ ਪਹਿਲਾਂ ਭਾਈ ਗੁਰਦਾਸ ਜੀ ਚੱਲ ਕਰਕੇ ਆਏ ਨੇ ਅੰਮ੍ਰਿਤਸਰ ਤੋਂ। ਜਦੋਂ ਗੋਇੰਦਵਾਲ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਤਾਂ ਬਾਬਾ ਮੋਹਨ ਜੀ ਜਿਹੜਾ ਅਸਥਾਨ ਅੱਜ ਆਪਾਂ ਚੁਬਾਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ, ਉੱਥੇ ਦਰਵਾਜ਼ੇ ਬੰਦ ਕਰਕੇ ਬੜੇ ਲੰਮੇ ਸਮੇਂ ਤੋਂ ਸਮਾਧੀ ਦੇ ਵਿੱਚ ਟਿਕੇ ਹੋਏ ਸਨ। ਜਦੋਂ ਚੱਲ ਕਰਕੇ ਆਏ, ਆਣ ਕਰਕੇ ਬੌੜੀ ਦੇ ਵਿੱਚ ਇਸ਼ਨਾਨ ਕੀਤਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਉਸ ਅਸਥਾਨ ਨੂੰ ਨਮਸਕਾਰ ਕੀਤੀ। ਫਿਰ ਚੱਲ ਕਰਕੇ ਗਏ ਨੇ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ, ਜਾ ਕਰਕੇ ਦਰਵਾਜ਼ਾ ਖੜਕਾਇਆ, ਬੜੀਆਂ ਆਵਾਜ਼ਾਂ ਮਾਰੀਆਂ ਬਾਬਾ ਮੋਹਨ ਜੀ ਨੂੰ, ਪਰ ਬਾਬਾ ਮੋਹਨ ਜੀ ਲੰਮੀ ਸਮਾਧੀ ਦੇ ਵਿੱਚ ਲੀਨ ਸਨ, ਸਮਾਧੀ ਨਹੀਂ ਖੁੱਲੀ। ਭਾਈ ਗੁਰਦਾਸ ਜੀ ਕੁਝ ਯਤਨ ਕਰਕੇ ਤੇ ਵਾਪਸ ਪਰਤ ਗਏ। ਜਾ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਬਾਬਾ ਮੋਹਨ ਜੀ ਨੇ ਆਪਣੇ ਚੁਬਾਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਇਹਨਾਂ ਬਚਨ ਹੁੰਦਿਆਂ ਸਾਰੀ ਪੂਰਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠਦੇ ਨੇ, ਹੱਥ ਜੋੜ ਕਰਕੇ ਕਹਿਣ ਲੱਗੇ, ਸਤਿਗੁਰੂ ਕਿਰਪਾ ਕਰੋ, ਇਹ ਸੇਵਾ ਸਾਨੂੰ ਬਖਸ਼ਿਸ਼ ਕਰ ਦਿਓ। ਸਤਿਗੁਰੂ ਫਿਰ ਕੁਝ ਨਹੀਂ ਬੋਲੇ, ਖਾਮੋਸ਼ ਰਹੇ। ਬਾਬਾ ਬੁੱਢਾ ਸਾਹਿਬ ਜੀ ਚੱਲਦੇ ਨੇ, ਫਿਰ ਅੰਮ੍ਰਿਤਸਰ ਦੀ ਧਰਤੀ ਤੋਂ ਗੋਇੰਦਵਾਲ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਪਹੁੰਚਦੇ ਨੇ। ਆਣ ਕਰਕੇ ਇਸ਼ਨਾਨ ਪਾਣ, ਦਰਸ਼ਨ ਮੇਲੇ ਸਤਿਗੁਰਾਂ ਦੇ ਸਥਾਨ ਦੇ ਕਰਕੇ ਤਾਂ ਫਿਰ ਪਹੁੰਚ ਜਾਂਦੇ ਨੇ ਚੁਬਾਰਾ ਸਾਹਿਬ, ਜਿੱਥੇ ਬਾਬਾ ਮੋਹਨ ਜੀ ਟਿਕੇ ਹੋਏ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ, ਪਰ ਬਾਬਾ ਮੋਹਨ ਜੀ ਨੇ ਅੱਗੋਂ ਆਵਾਜ਼ ਨਹੀਂ ਦਿੱਤੀ। ਫਿਰ ਆਖਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਚੁਬਾਰਾ ਸਾਹਿਬ ਦਾ ਜਿਹੜਾ ਦਰਵਾਜ਼ਾ ਸੀ ਨਾ, ਉਹਦੀਆਂ ਚਗਾਠਾਂ ਨੂੰ ਢੇੜ ਕਰਕੇ ਤੇ ਦਰਵਾਜ਼ਾ ਪਾਸੇ ਰੱਖ ਦਿੱਤਾ। ਫਿਰ ਜਦੋਂ ਅੰਦਰ ਪ੍ਰਵੇਸ਼ ਕੀਤਾ ਤੇ ਬਾਬਾ ਮੋਹਨ ਜੀ ਸਮਾਧੀ ਦੇ ਵਿੱਚ ਲੀਨ ਸਨ। ਉਹਨਾਂ ਨੂੰ ਹਿਲਾ ਕਰਕੇ ਤਲੀਆਂ ਝਾਸ ਕਰਕੇ ਜਗਾਉਣ ਦੀ ਕੋਸ਼ਿਸ਼ ਕੀਤੀ। ਇੰਨੇ ਚਿਰ ਨੂੰ ਬਾਬਾ ਮੋਰੀ ਜੀ ਨੂੰ ਪਤਾ ਲੱਗ ਗਿਆ, ਉਹ ਛੇਤੀ ਦੇ ਨਾਲ ਚੱਲ ਕਰਕੇ ਆਏ। ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ, ਹੱਥ ਜੋੜ ਕਰਕੇ ਬੇਨਤੀ ਕੀਤੀ, ਆਖਿਆ ਬਾਬਾ ਬੁੱਢਾ ਸਾਹਿਬ ਜੀ, ਬਾਬਾ ਮੋਹਨ ਜੀ ਬੜੇ ਲੰਮੇ ਸਮੇਂ ਤੋਂ ਸਮਾਧੀ ਵਿੱਚ ਟਿਕੇ ਨੇ, ਆਪ ਜੀ ਕਿਰਪਾ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਨਾ ਜਗਾਓ, ਕਿਉਂਕਿ ਬੜੀ ਵੱਡੀ ਸੇਵਾ ਤੇ ਭਾਵਨਾ ਤੇ ਸ਼ਕਤੀ ਦੇ ਮਾਲਕ ਨੇ, ਹੋ ਸਕਦਾ ਹੈ ਇਹਨਾਂ ਦੀ ਸਮਾਧੀ ਖੁੱਲ੍ਹ ਜਾਵੇ ਤੇ ਕੋਈ ਬਚਨ ਕਹਿ ਦੇਣ ਤੁਹਾਡੀ ਸ਼ਾਨ ਦੇ ਖਿਲਾਫ, ਜਾਂ ਕੁਝ ਵੀ ਬਚਨ ਹੋ ਸਕਦਾ ਹੈ। ਤੇ ਤੁਸੀਂ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਦੇ ਅਨਕ ਸੇਵਕ ਹੋ, ਤੁਹਾਡੇ ਮੁਖ ਤੋਂ ਨਿਕਲਿਆ ਹੋਇਆ ਬਚਨ ਵੀ ਜਿਹੜਾ ਪੂਰਾ ਹੁੰਦਾ ਹੈ, ਅਧੂਰਾ ਨਹੀਂ ਜਾ ਸਕਦਾ। ਇਸ ਕਰਕੇ ਆਪ ਜੀ ਕਿਰਪਾ ਕਰਕੇ ਕਾਰਜ ਨਾ ਕਰੋ। ਬਾਬਾ ਬੁੱਢਾ ਸਾਹਿਬ ਜੀ ਵਾਪਸ ਪਰਤ ਆਉਂਦੇ ਨੇ। ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਕੱਲ੍ਹ ਦੀ ਤਿਆਰੀ ਕੀਤੀ ਜਾਵੇ, ਅਸੀਂ ਆਪ ਬਾਬਾ ਮੋਹਨ ਜੀ ਦੇ ਪਾਸ ਚੱਲ ਕਰਕੇ ਜਾਵਾਂਗੇ। ਅਗਲੇ ਦਿਨ ਦੀ ਤਿਆਰੀ ਕੀਤੀ ਗਈ। ਸਤਿਗੁਰਾਂ ਨੇ ਇੱਕ ਬੜੀ ਸੁੰਦਰ ਪਾਲਕੀ ਤਿਆਰ ਕਰਵਾਈ ਹੈ,
ਨਾਲ ਦੀ ਨਾਲ ਚੰਦਨ ਦਾ ਚੌਰ ਸਾਹਿਬ ਤਿਆਰ ਕਰਵਾਇਆ ਗਿਆ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਦੇ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ। ਹਜ਼ੂਰ ਨੇ ਪੈਰਾਂ ਦੇ ਵਿੱਚ ਜੋੜਾ ਨਹੀਂ ਪਾਇਆ, ਹਾਲਾਂਕਿ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਚੱਲੇ ਨੇ। ਇੱਥੋਂ ਆਪਾਂ ਨਾਲ ਦੀ ਨਾਲ ਤੱਕੀਏ, ਸਤਿਗੁਰਾਂ ਨੇ ਗੁਰਬਾਣੀ ਦਾ ਕਿੰਨਾ ਵੱਡਾ ਅਦਬ ਤੇ ਸਤਿਕਾਰ ਕਰਨ ਦੀ ਸਾਨੂੰ ਜਾਚ ਦੱਸੀ ਹੈ। ਤੁਰ ਪਏ ਸਤਿਗੁਰੂ ਪਾਤਸ਼ਾਹ ਜੀ ਨੰਗੀ ਪੈਰੀ, ਨਾਲ ਦੀ ਨਾਲ ਪਾਵਨ ਤੇ ਪਵਿੱਤਰ ਗੁਰਬਾਣੀ ਦਾ ਕੀਰਤਨ ਕਰਦਿਆਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ ਨੇ। ਵੱਡੇ ਆਪਣੇ ਨਾਨਾ ਜੀ ਦੇ ਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਗੁਰੂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿੱਥੇ ਅੰਤਮ ਸੰਸਕਾਰ ਕੀਤਾ ਸੀ, ਉਸ ਦੌਰੇ ਦੇ ਜਾ ਕਰਕੇ ਪਰਿਕਰਮਾ ਕਰਕੇ ਦਰਸ਼ਨ ਕੀਤੇ ਨੇ। ਫਿਰ ਚੱਲ ਕਰਕੇ ਗਏ ਨੇ ਚੁਬਾਰਾ ਸਾਹਿਬ ਵਾਲੇ ਪਾਸੇ ਨੂੰ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਮੋਹਨ ਜੀ ਨੂੰ ਆਵਾਜ਼ ਨਹੀਂ ਮਾਰੀ। ਥੱਲੇ ਗਲੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬੈਠਣ ਲੱਗੇ। ਸਿੱਖ ਭੱਜ ਕਰਕੇ ਗਏ ਕਿ ਕੁਝ ਨਾ ਕੁਝ ਦਰੀ ਆਦਿਕ ਦਾ ਪ੍ਰਬੰਧ ਕਰੀਏ ਥੱਲੇ ਵਿਛਾਉਣ ਦੇ ਲਈ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਐਸੇ ਤਰ੍ਹਾਂ ਜ਼ਮੀਨ ਦੇ ਉੱਪਰ ਬੈਠ ਕਰਕੇ ਹੀ ਆਪਾਂ ਪਾਵਨ ਗੁਰਬਾਣੀ ਦਾ ਕੀਰਤਨ ਕਰਨਾ ਹੈ। ਸਤਿਗੁਰੂ ਥੱਲੇ ਬੈਠਦੇ ਨੇ, ਨਾਲ ਸੰਗਤਾਂ ਬੈਠ ਗਈਆਂ। ਜਿਹੜੇ ਬਚਨ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੌੜੀ ਰਾਗ ਦੇ ਅੰਦਰ ਪੜ੍ਹਦੇ ਹਾਂ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਣ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਇਹ ਪਾਵਨ ਤੇ ਪਵਿੱਤਰ ਬਚਨ ਜਿਹੜੇ ਗੁਰਬਾਣੀ ਦੇ ਸਨ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਸ ਟਾਈਮ ਦੇ ਉੱਪਰ ਉਚਾਰਨ ਕੀਤੇ ਨੇ। ਮੋਹਣ ਭਾਵ ਕਿ ਪਰਮਾਤਮਾ ਨੂੰ ਸੰਬੋਧਨ ਕਰਕੇ ਕੀਰਤਨ ਕੀਤਾ। ਜਦੋਂ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਤੇ ਸਾਜ ਦੀਆਂ ਧੁਨਾਂ ਬਾਬੇ ਮੋਹਣ ਜੀ ਦੇ ਕੰਨਾਂ ਦੇ ਵਿੱਚ ਪਈਆਂ, ਕੁਝ ਸਮੇਂ ਦੇ ਬਾਅਦ ਬਾਬਾ ਮੋਹਣ ਜੀ ਦੀ ਸਮਾਧੀ ਖੁੱਲ੍ਹ ਗਈ। ਜਦੋਂ ਸਮਾਧੀ ਖੁੱਲ੍ਹਦੀ ਹੈ ਤੇ ਕੀਰਤਨ ਦੀ ਆਵਾਜ਼ ਸਰਵਣ ਕਰਦੇ ਨੇ। ਜਦੋਂ ਚੁਬਾਰੇ ਤੋਂ ਥੋੜਾ ਬਾਹਰ ਨਿਕਲ ਕਰਕੇ ਦੇਖਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜ਼ਮੀਨ ਦੇ ਉੱਪਰ ਬੈਠ ਕਰਕੇ ਪਾਵਨ ਤੇ ਪਵਿੱਤਰ ਗੁਰਬਾਣੀ ਦਾ ਕੀਰਤਨ ਕਰਦੇ ਪਏ ਨੇ। ਆਪਣੇ ਸਿਰ ਦੇ ਉੱਪਰ ਪਾਵਨ ਗੁਰਬਾਣੀ ਦੀਆਂ ਪੋਥੀਆਂ ਰੱਖ ਕਰਕੇ ਬਾਬਾ ਮੋਹਣ ਜੀ ਚੁਬਾਰੇ ਤੋਂ ਥੱਲੇ ਉਤਰ ਆਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਠ ਕਰਕੇ ਖੜੇ ਹੋ ਗਏ। ਸਾਰਿਆਂ ਤੋਂ ਪਹਿਲਾਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਫੜਵਾਈਆਂ। ਸਤਿਗੁਰਾਂ ਨੇ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਪਾਵਨ ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਸਾਨੂੰ ਪਾਲਕੀ ਸਾਹਿਬ ਦੇ ਵਿੱਚ ਸ਼ੋਭਿਤ ਕਰ ਦਿੱਤੀਆਂ। ਬਾਬਾ ਮੋਹਣ ਜੀ ਨੇ ਹੱਥ ਜੋੜੇ ਤੇ ਆਖਿਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਤੇ ਰਹਿਮਤ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਆਪਣਾ ਮਸਤਕ ਸੁਹਾ ਲੈਣ ਦਿਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਤੁਸੀਂ ਸਾਡੇ ਤੋਂ ਵੱਡੀ ਜਗ੍ਹਾ ਦੇ ਉੱਪਰ ਹੋ, ਸਾਡੇ ਮਾਮਾ ਜੀ ਲੱਗਦੇ ਹੋ ਰਿਸ਼ਤੇਦਾਰੀ ਦੇ ਵਿੱਚ। ਇਸ ਕਰਕੇ ਅਸੀਂ ਆਪ ਜੀ ਨੂੰ ਨਮਸਕਾਰ ਕਰਨੀ ਬਣਦੀ ਹੈ, ਕਿਉਂਕਿ ਐਡੀ ਵੱਡੀ ਭਾਵਨਾ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ। ਪਰ ਬਾਬਾ ਮੋਹਣ ਜੀ ਕਹਿਣ ਲੱਗੇ ਨਹੀਂ ਸਤਿਗੁਰੂ, ਅਸੀਂ ਤਾਂ ਇਹ ਸਮਾਂ ਬੜੇ ਲੰਮੇ ਸਮੇਂ ਤੋਂ ਉਡੀਕ ਰਹੇ ਸਾਂ, ਕਿਉਂਕਿ ਸਾਨੂੰ ਗੁਰੂ ਪਿਤਾ ਜੀ ਦਾ ਹੁਕਮ ਹੋਇਆ ਸੀ ਤੁਸੀਂ ਜਿੰਨੀ ਮਰਜ਼ੀ ਲੰਮੀ ਸਮਾਧੀ ਲਾ ਲਓ, ਪਰ ਤੁਹਾਡੇ ਮਨ ਨੂੰ ਸ਼ਾਂਤੀ ਉਦੋਂ ਪ੍ਰਾਪਤ ਹੋਣੀ ਹੈ ਜਿੱਦਣ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਦਿਓਗੇ। ਸਤਿਗੁਰੂ ਸਾਡੀ ਇਹ ਆਸ ਪੂਰੀ ਕਰਦੇ ਹੋ। ਬਾਬੇ ਮੋਹਣ ਨੇ ਆਪਣਾ ਮਸਤਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਸੁਹਾ ਕਰਕੇ ਆਪਣੇ ਮਨ ਦੀ ਸ਼ਾਂਤੀ ਪ੍ਰਾਪਤ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੱਲਦੇ ਨੇ, ਗੋਇੰਦਵਾਲ ਤੋਂ ਤੁਰਦਿਆਂ ਹਜ਼ੂਰ ਆਉਂਦੇ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ। ਇੱਥੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਸਨ ਬਾਬਾ ਦਾਤੂ ਜੀ, ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ
ਗੁਰਤਾ ਗੱਦੀ ਤੋਂ ਲੱਤ ਮਾਰ ਕਰਕੇ ਤੇ ਥੱਲੇ ਸੁੱਟ ਦਿੱਤਾ ਸੀ ਕਿ ਦਾਤ ਤਾਂ ਸਾਡੇ ਘਰ ਦੀ ਹੈ, ਤੁਸੀਂ ਕਿੱਦਾਂ ਪ੍ਰਾਪਤ ਕਰ ਲਈ। ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਬਾਬੇ ਦਾਤੂ ਦੇ ਘੁੱਟ ਕਰਕੇ ਚਰਨ ਪਕੜ ਲਏ ਸਨ ਤੇ ਇਹ ਬਚਨ ਕਹੇ ਸਨ ਕਿ ਮੇਰਾ ਤਾਂ ਸਰੀਰ ਬੁੱਢਾ ਹੈ, ਹੱਡ ਬੁੱਢੇ ਹੋ ਚੁੱਕੇ ਨੇ, ਤੁਸੀਂ ਗੁਰੂ ਸੁਪੁੱਤਰ ਹੋ, ਕਿਤੇ ਤੁਹਾਡੀ ਲੱਤ ਜਾਂ ਪੈਰ ਨੂੰ ਸੱਟ ਤਾਂ ਨਹੀਂ ਲੱਗ ਗਈ ਸਾਨੂੰ ਮਾਰਨ ਦੇ ਨਾਲ। ਉਸੇ ਦਿਨ ਤੋਂ ਆਖਦੇ ਨੇ ਬਾਬੇ ਦਾਤੂ ਦੀ ਉਸ ਲੱਤ ਦੇ ਵਿੱਚ ਪੀੜ ਹੋਣੀ ਸ਼ੁਰੂ ਹੋ ਗਈ ਸੀ। ਤਾਂ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਕਿਰਪਾ ਤੇ ਰਹਿਮਤ ਵਰਤਾ ਕਰਕੇ ਸਾਡੀ ਇਸ ਪੀੜ ਨੂੰ ਦੂਰ ਕਰ ਦਿਓ। ਤਾਂ ਇਹ ਬਚਨ ਹੋਏ ਸਨ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਸੁਪੁੱਤਰ ਤੁਹਾਡੇ ਪਾਸ ਚੱਲ ਕਰਕੇ ਆਉਣਗੇ ਨਾ, ਇਹ ਬੇਨਤੀ ਉਹਨਾਂ ਨੂੰ ਕਰਿਓ, ਉਹ ਆਪਣਾ ਇੱਕ ਚਰਨ ਤੁਹਾਡੀ ਲੱਤ ਦੇ ਨਾਲ ਛੁਹਾਉਣਗੇ ਤੇ ਫਿਰ ਤੁਹਾਡੀ ਇਹ ਪੀੜ ਖਤਮ ਹੋਵੇਗੀ। ਇਹ ਵੀ ਸਤਿਗੁਰਾਂ ਨੇ ਕਾਰਜ ਕਰਨਾ ਸੀ। ਸਤਿਗੁਰੂ ਪਾਤਸ਼ਾਹ ਜੀ ਪਹੁੰਚ ਗਏ ਨੇ ਖਡੂਰ ਸਾਹਿਬ। ਬਾਬੇ ਦਾਤੂ ਨੂੰ ਪਤਾ ਲੱਗਾ ਸਤਿਗੁਰੂ ਆਏ ਨੇ, ਜਾ ਕਰਕੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸਤਿਗੁਰੂ ਮੈਂ ਬੜੇ ਲੰਮੇ ਸਮੇਂ ਤੋਂ ਆਪ ਜੀ ਦੀ ਉਡੀਕ ਕਰ ਰਿਹਾ ਸੀ, ਆਪ ਜੀ ਕਿਰਪਾ ਤੇ ਰਹਿਮਤ ਕਰੋ ਸਤਿਗੁਰੂ, ਮੇਰੀ ਇਸ ਲੱਤ ਦੀ ਪੀੜ ਨੂੰ ਖਤਮ ਕਰ ਦਿਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣਾ ਸੱਜਾ ਚਰਨ ਬਾਬੇ ਦਾਤੂ ਦੀ ਲੱਤ ਦੇ ਨਾਲ ਛੁਹਾਇਆ, ਸਦਾ ਦੇ ਵਾਸਤੇ ਉਸ ਦੀ ਪੀੜਾ ਨੂੰ ਖਤਮ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੱਲੇ ਆਉਂਦੇ ਨੇ, ਚੱਲਦਿਆਂ ਚੱਲਦਿਆਂ ਨੰਗੇ ਪੈਰੀ ਕੀਰਤਨ ਕਰਦਿਆਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਲੈ ਕਰਕੇ ਆੜ ਪਹੁੰਚਦੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇੱਥੇ ਪਰਿਕਰਮਾ ਦੇ ਵਿੱਚ ਆਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ, ਜਿੱਥੇ ਅੱਜ ਆਪਾਂ ਦੁੱਖ ਭਜਨੀ ਬੇਰੀ ਦੇ ਨੇੜੇ 68 ਤੀਰਥ ਜਿਹੜਾ ਬਣਿਆ ਹੋਇਆ ਸਤਿਗੁਰੂ ਪਾਤਸ਼ਾਹ ਜੀ ਦੇ, ਉੱਥੇ ਦੁੱਖ ਭਜਨੀ ਬੇਰੀ ਦੇ ਨਾਲ ਥੜਾ ਸਾਹਿਬ ਬਣਿਆ ਹੋਇਆ। ਉਸ ਥੜੇ ਸਾਹਿਬ ਦੇ ਉੱਪਰ ਆਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀਆਂ ਜਿਹੜੀਆਂ ਪੋਥੀਆਂ ਸਨ ਉਹ ਲਿਆ ਕਰਕੇ ਗੁਰਬਾਣੀ ਦੀਆਂ ਉੱਥੇ ਟਿਕਾ ਦਿੱਤੀਆਂ ਨੇ। ਤਾਂ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ, ਕਹਿਣ ਲੱਗੇ ਸਾਰੀ ਰਾਤ ਆਪ ਜੀ ਨੇ ਇਸ ਪਾਵਨ ਗੁਰਬਾਣੀ ਦੀਆਂ ਪੋਥੀਆਂ ਦੇ ਪਾਸ ਰਹਿਣਾ ਹੈ ਤੇ ਸਾਰੀ ਰਾਤ ਆਪ ਜੀ ਨੇ ਮਹਾਨ ਗੁਰਬਾਣੀ ਦਾ ਕੀਰਤਨ ਕਰਨਾ ਹੈ। ਸਾਰੀ ਰਾਤ ਕੀਰਤਨ ਕੀਤਾ ਗਿਆ। ਜਦੋਂ ਅਗਲੀ ਸਵੇਰ ਹੋਈ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਹਨ ਕਿ ਵੱਡਿਆਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਵੀ ਪਹੁੰਚ ਚੁੱਕੀ ਹੈ, ਜਿਹੜੇ ਜਿਹੜੇ ਸਿੱਖਾਂ ਦੇ ਕੋਲ ਗੁਰਬਾਣੀ ਸੀ ਉਹ ਵੀ ਆ ਗਈ ਹੈ। ਹੁਣ ਆਪਾਂ ਇਹ ਇੱਕ ਮਹਾਨ ਕਾਰਜ ਕਰਕੇ ਸਾਰੀ ਗੁਰਬਾਣੀ ਨੂੰ ਇੱਕ ਥਾਂ ਦੇ ਉੱਪਰ ਇਕੱਤਰ ਕਰਨਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਗਿਆ ਕੋਈ ਰਮਨੀਕ ਜੀ ਜਗ੍ਹਾ ਦੇਖੀ ਜਾਵੇ ਜਿੱਥੇ ਬਿਲਕੁਲ ਸ਼ਾਂਤੀ ਹੋਵੇ, ਕਿਸੇ ਪ੍ਰਕਾਰ ਦਾ ਕੋਈ ਰੌਲਾ ਰੱਪਾ ਨਾ ਪੈਂਦਾ ਹੋਵੇ, ਉਸ ਅਸਥਾਨ ਦੇ ਉੱਪਰ ਬੈਠ ਕਰਕੇ ਅਸੀਂ ਇਹ ਮਹਾਨ ਕਾਰਜ ਕਰਨਾ ਹੈ। ਅੰਮ੍ਰਿਤਸਰ ਦੀ ਨਗਰੀ ਤੋਂ ਸੱਚਖੰਡ ਤੋਂ ਥੋੜੀ ਜਿਹੀ ਦੂਰੀ ਦੇ ਉੱਪਰ ਜਾ ਕਰਕੇ ਜਿੱਥੇ ਅੱਜ ਆਪਾਂ ਗੁਰਦੁਆਰਾ ਰਾਮਸਰ ਦੇ ਦਰਸ਼ਨ ਕਰਦੇ ਹਾਂ, ਇਹ ਜਗ੍ਹਾ ਬਹੁਤ ਜ਼ਿਆਦਾ ਸ਼ਾਂਤੀ ਵਾਲੀ ਤੇ ਰਮਨੀਕ ਸੀ। ਉੱਥੇ ਜਾ ਕਰਕੇ ਹਜ਼ੂਰ ਨੇ ਇਹ ਜਗ੍ਹਾ ਪਸੰਦ ਕੀਤੀ ਹੈ। ਤੰਬੂ ਕਨਾਤ ਲਗਾ ਦਿੱਤੀ ਗਈ। ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ ਕਿ ਇਧਰਲੇ ਪਾਸੇ ਨਹੀਂ ਸਿੱਖ ਸੰਗਤਾਂ ਨੂੰ ਆਉਣ ਦੇਣਾ, ਆਪ ਜੀ ਹਰਿਮੰਦਰ ਵਿੱਚ ਬੈਠ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਤੇ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਪਾਤਸ਼ਾਹ ਜੀ ਆਪ ਟਿਕਦੇ ਨੇ ਉਸ ਜਗ੍ਹਾ ਦੇ ਉੱਪਰ। ਭਾਈ ਗੁਰਦਾਸ ਜੀ ਨੂੰ ਨਾਲ ਲਿਆ ਗਿਆ ਹੈ। ਇਸ ਪਾਵਨ ਤੇ ਪਵਿੱਤਰ ਗੁਰਬਾਣੀ ਨੂੰ ਲਿਖਣ ਦਾ ਕਾਰਜ ਭਾਈ ਗੁਰਦਾਸ ਜੀ ਨੇ ਸਾਰੀ ਸੇਵਾ ਨਿਭਾਉਣੀ ਹੈ। ਕਲਮ ਦਵਾਤ ਤੇ ਨਾਲ ਦੀ ਨਾਲ ਸ਼ਾਹੀ, ਨਾਲ ਦੀ ਨਾਲ ਕਾਗਜ਼ ਦਾ ਪ੍ਰਬੰਧ ਕੀਤਾ ਗਿਆ। ਅੱਜ ਇਹ ਮਹਾਨ ਕਾਰਜ ਆਰੰਭ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਵੱਡਿਆਂ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਜਿਹੜੀ ਸੀ ਉਹ ਲਿਖਣੀ ਆਰੰਭ ਕਰ ਦਿੱਤੀ ਹੈ। ਇੱਕ ਓੰਕਾਰ ਪਾ ਕਰਕੇ ਸਾਰਿਆਂ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਲਿਖੀ ਗਈ।
उस तो बाद दे विच सोदर, उस तो अगे आन करके कीर्तन सोले दी पावन गुरबाणी, उस तो अगे फिर सतगुरु पातशाह जी ने रागां दी प्रारंभता कीती। श्री राग सारिया तो पहला राग जिहड़ा सी वो लिखिया गया। हर एक समय ते रुत नूं मुख रखदिया होया ये पावन ते पवित्र रागां दे विच गुरबाणी सतगुरु पातशाह जी लिखाउंदे ने। लंबे समय तो बाद वड्डिया सतगुरां दी गुरबाणी, 15 भगतां दी गुरबाणी, 4 गुरसिखां दी गुरबाणी से सत्ते ते बलवंडे ने जिहड़ी वार गाई सी सतगुरु पातशाह जी दी सिफत दे अंदर, भाई मुरदाने दे जिहड़े शब्द उचारण कीते होए सन, बाबा सुंदर जी जिहड़े पड़ोतड़े लगदे ने गुरु अमरदास पातशाह जी दे, जिन्हां ने रामकली सद दी गुरबाणी उचारण कीती। ये 4 गुरमुख प्यारे सिख ने जिन्हां दी पावन गुरबाणी धन गुरु ग्रंथ साहिब जी दे अंदर अंकित की गई। जारा भट्टां दी गुरबाणी लिखी गई। धन गुरु तेग बहादुर पातशाह जी की गुरबाणी के वास्ते सतगुरु पातशाह जी ने उन्नी जगह जिहड़ी सी खाली छड़ दी, क्योंकि हजूर जानते ने 9वीं जोत विच जाकर के भी गुरबाणी उचारण करनी है। फिर ये सारी गुरबाणी 10वीं जोत दे विच जाकर के लिखी जाएगी। खैर इतों तक सारा महान ग्रंथ जिहड़ा सी वो तैयार कर दिता गया। ये महान कारज करन तो बाद अज जदों धन गुरु ग्रंथ साहिब जी पातशाह जियां दी पावन ते पवित्र गुरबाणी लिखण दी संपूर्णता ही हो गई है। अज सतगुरु पातशाह जी ने सारियां सिख संगतां दे ताईं हुक्मनामे भेज दिते गए ने। कल नूं सतगुरु पातशाह जी की पावन ते पवित्र गुरबाणी का पहला प्रकाश किया जाएगा, जिहड़ा दिहाड़ा अज आपां मना रहे हाँ। सिख संगतां दे ताईं पत्रिका चलियां गईयां। अज शाम के टाइम के उपर रामसर वाली जगह के उपर भारी दीवान सजाया गया। वड्डियां सिख संगतां आन करके इकत्तर हो गई ने। हजूर सतगुरु पातशाह जी टिके ने रात नूं, पर इस गल की विचार होण लगी सवेरे सतगुरां दा प्रकाश किस जगह के उपर किया जाए। भाई गुरदास जी बाबा बुढ़ा साहिब जी श्रोमणी सिख सन, क्योंकि बाबा बुढ़ा साहिब जी हर एक कारज दे विच शामिल ने, क्योंकि गुरु नानक देव पातशाह जी तो लैकर के सतगुरां दे घर की सेवा करते आ रहे हैं। बाबा बुढ़ा साहिब जी ने पुछते ने गुरु अर्जन देव पातशाह जी, इस महान ग्रंथ पावन ते पवित्र गुरबाणी के जहाज इन्हां दा प्रकाश आपां किस जगह के उपर किया जाए। तां बाबा बुढ़ा साहिब जी आखदे ने, आप जी ने वचन उचारण किए ने, डिठे सभे थाव नहीं तुद जिहिया। सतगुरु पातशाह जी साडी ते मन की विचार ये है कि इस महान ग्रंथ तो परे कोई ग्रंथ नहीं है, ते इन्हां दी जगह केवल ते केवल सचखंड ते श्री हरमंदर साहिब के अंदर होनी चाहिए है, क्योंकि इन्हां वर्गा दूजा ग्रंथ कोई नहीं, ते हरमंदर साहिब वर्गा दूसरा दुनिया के उपर तीर्थ कोई नहीं है। एडा वड्डा महान ये आपा कारज जिहड़ा है ये सचखंड श्री हरमंदर साहिब जी के अंदर प्रकाश किया जाए। ये गल निजत हो गई। सवेरे सतगुरां दा प्रकाश सचखंड श्री हरमंदर साहिब के अंदर होवेगा। संगतां टिक गईयां, पर धन गुरु अर्जन देव पातशाह जी हुण एक होर विचार सोचते ने कि सवेरे पावन ते पवित्र धन गुरु ग्रंथ साहिब जियां दा सेवादार किनू थापिया जाना है। सतगुरु पातशाह जी बेदियां दी कुल वल नूं निगाह मारते ने, भलियां दी कुल, त्रेहां दी कुल, सोडियां दी कुल, क्योंकि 4 कुल्लां सन उस टाइम के उपर जो गुरु जोत अंदर वरत चुकियां ने। इत्थे सतगुरु पातशाह जी कहते ने, जे एक नूं वडियाई दे दिती फिर दूसरा इस तो नाराज हो सकता है। नाले इस महान ग्रंथ की सेवा करने दे वास्ते बड़ी वड्डी सेवा ते भावना वाली शख्सियत चाहिए है। किसी के मन के अंदर रंचक जिन्ना भी हणकार ना होवे। हुण सोढी कुल वाले भी कुल का हणकार करते सन, बेदियां दे मन के अंदर भी किते ना किते हणकार सी। सतगुरां ने बड़ी विचार की, विचार करदिया करदिया निगाह गई जिधर सारियां सिख संगतां दे चरण ने। आओ चरना ते सारियां तो पिछले पासे अति सत्कारयोग बाबा बुढ़ा साहिब जी धरती के उपर विश्राम करते पे ने।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਨਿਗਾਹ ਗਈ ਉਸ ਕੁਤਬੀ ਸਿਤਾਰੇ ਦੇ ਅੰਦਰ, ਜਿਹਦੇ ਜੀਵਨ ਦੇ ਉੱਪਰ ਕਿਸੇ ਪ੍ਰਕਾਰ ਦਾ ਅਜੇ ਤੱਕ ਕੋਈ ਦਾਗ ਨਹੀਂ ਹੈ। ਕਿਤੇ ਇੱਕ ਅੰਦਰ ਹਿਰਦੇ ਦੇ ਵਿੱਚ ਕਿਣਕਾ ਜਿੰਨਾ ਵੀ ਹੰਕਾਰ ਨਹੀਂ ਹੈ। ਇੰਨੀ ਵੱਡੀ ਸੇਵਾ ਤੇ ਸਿਮਰਨ ਦੇ ਪੁੰਜ ਨੇ ਬਾਬਾ ਬੁੱਢਾ ਸਾਹਿਬ ਜੀ। 12 ਸਾਲ ਦੀ ਉਮਰ ਤੋਂ ਆਏ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ, ਗੁਰਤਾ ਗੱਦੀ ਲਾਉਣ ਦਾ ਤਿਲਕ ਤੇ ਸੁਭਾਗ ਪ੍ਰਾਪਤ ਹੈ, ਪਰ ਕਿਤੇ ਮਨ ਦੇ ਅੰਦਰ ਕਦੇ ਹੰਕਾਰ ਨਹੀਂ ਕੀਤਾ ਇਸ ਗੱਲ ਦਾ। ਸੇਵਾ ਤੇ ਭਾਵਨਾ ਦੇ ਵਿੱਚ ਤਤਪਰ ਰਹਿੰਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਿਸ਼ਚਾ ਕਰ ਲਿਆ, ਸਵੇਰੇ ਸਾਰਿਆਂ ਤੋਂ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਜਾਵੇਗਾ। ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਸਾਰੀਆਂ ਸਿੱਖ ਸੰਗਤਾਂ ਉੱਠੀਆਂ ਨੇ, ਇਸ਼ਨਾਨ ਪਾਣ ਕਰਕੇ ਤਿਆਰ ਬਰ ਤਿਆਰ ਹੋ ਗਏ ਤੇ ਸੰਗਤਾਂ ਜਾਣਦੀਆਂ ਸਨ ਕਿ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਗਵਾਹੀ ਕਰਨਗੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸੀਸ ਆਪਣੇ ਸੀਸ ਦੇ ਉੱਪਰ ਲੈ ਕਰਕੇ, ਪਰ ਆਖਦੇ ਜਦੋਂ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ, ਸਾਰੇ ਰਸਤਿਆਂ ਦੇ ਵਿੱਚ ਫੁੱਲ ਵਿਛਾ ਦਿੱਤੇ ਗਏ। ਸਾਰੀ ਤਿਆਰੀ ਹੋਣ ਤੋਂ ਬਾਅਦ ਜਦੋਂ ਵਾਰੀ ਆਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਦੇ ਉੱਪਰ ਲੈਣ ਦੀ, ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਵਾਜ਼ ਮਾਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਆਓ, ਆਪ ਜੀ ਕਿਰਪਾ ਤੇ ਰਹਿਮਤ ਕਰਕੇ ਮਹਾਨ ਗੁਰਬਾਣੀ ਦੇ ਜਹਾਜ਼ ਇਸ ਗ੍ਰੰਥ ਨੂੰ ਆਪਣੇ ਸੀਸ ਦੇ ਉੱਪਰ ਟਿਕਾਓ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜੇ ਆਖਿਆ, ਸਤਿਗੁਰੂ ਸਾਡੀ ਏਡੀ ਵੱਡੀ ਔਕਾਤ ਨਹੀਂ ਹੈ, ਤੁਸੀਂ ਕਿਰਪਾ ਤੇ ਰਹਿਮਤ ਕਰੋ, ਇਹ ਸੇਵਾ ਆਪ ਜੀ ਦੇ ਹਿੱਸੇ ਆਈ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਸਾਹਿਬ ਜੀ, ਤੁਹਾਡੇ ਤੋਂ ਵੱਡਾ ਅਜੇ ਤੱਕ ਗੁਰੂ ਘਰ ਦਾ ਕੋਈ ਸੇਵਕ ਸਾਨੂੰ ਦਿਸਿਆ ਨਹੀਂ ਹੈ। ਤੁਹਾਡੀ ਬੜੀ ਮਹਾਨ ਸੇਵਾ ਹੈ, ਤੁਸੀਂ ਵੱਡਿਆਂ ਸਤਿਗੁਰਾਂ ਤੋਂ ਲੈ ਕਰਕੇ ਦਰਸ਼ਨ ਕੀਤੇ ਨੇ, ਆਓ ਇਹ ਮਹਾਨ ਕਾਰਜ ਵੀ ਆਪ ਜੀ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਸਵਰੂਪ ਸਾਰਿਆਂ ਤੋਂ ਪਹਿਲਾਂ ਜਿਸ ਸੀਸ ਦੇ ਉੱਪਰ ਟਿਕਿਆ, ਉਹ ਮਹਾਨ ਸੀਸ ਸੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਸਰੂਪ ਟਿਕਾਇਆ ਗਿਆ। ਅੱਗੇ ਅੱਗੇ ਕੀਰਤਨ ਹੁੰਦਾ ਜਾ ਰਿਹਾ ਹੈ। ਇਧਰ ਮਗਰ ਮਗਰ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਲਿਆ। ਉਹਦੇ ਤੋਂ ਮਗਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਚੌਰ ਕਰਦੇ ਨੇ। ਚੌਰ ਕਰਦਿਆਂ ਜਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਸਵਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਟਿਕਾਇਆ ਗਿਆ। ਮੰਜੀ ਸਾਹਿਬ ਟਿਕਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਪਿੱਛੇ ਆਉਣ ਲੱਗੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਸਾਹਿਬ ਜੀ, ਹੁਣ ਆਪ ਜੀ ਕਿਰਪਾ ਕਰੋ। ਪਹਿਲੀ ਸਾਰਿਆਂ ਤੋਂ ਹਜ਼ੂਰੀ ਦੇ ਵਿੱਚ ਬੈਠਣ ਦਾ ਸੁਭਾਗ ਬਾਬਾ ਬੁੱਢਾ ਸਾਹਿਬ ਜੀ ਦੀ ਝੋਲੀ ਵਿੱਚ ਪਾਇਆ ਗਿਆ। ਆਪ ਜੀ ਕਿਰਪਾ ਕਰੋ, ਆਪ ਬੈਠੋ। ਤੇ ਬੈਠ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਬਚਨ ਉੱਥੇ ਲਿਖੇ ਗਏ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰਕੇ ਪਾਵਨ ਤੇ ਪਵਿੱਤਰ ਹੁਕਮਨਾਮਾ ਲਓ। ਕਹਿਣ ਲੱਗੇ, ਅਦਬ ਸਹਿਤ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰਿਆਂ ਤੋਂ ਪਹਿਲਾਂ ਹੁਕਮਨਾਮਾ ਲਿਆ ਹੈ, ਜਿਹੜੇ ਬਚਨ ਸਨ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਪਹਿਲਾ ਹੁਕਮਨਾਮਾ ਆਇਆ। ਅੱਜ ਅੰਮ੍ਰਿਤ ਵੇਲੇ ਦਾ ਸਮਾਂ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਦੇ ਵਿੱਚੋਂ ਧੰਨ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਦੇ ਬਚਨ ਨਿਕਲ ਰਹੇ ਨੇ। ਸਰੋਵਰ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ। ਸਿੱਖ ਸੰਗਤਾਂ ਸਰਵਣ ਕਰਕੇ ਆਪਣੀ ਸਮਾਧੀ ਨੂੰ ਜੋੜ ਕਰਕੇ ਦਰਸ਼ਨ ਕਰ ਰਹੀਆਂ ਨੇ। ਹੁਕਮਨਾਮੇ ਦੀ ਸਮਾਪਤੀ ਹੋਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ, ਸਾਨੂੰ ਰਹਿਮਤ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਆਪ ਜੀ ਸਰਵਣ ਕਰਾ ਦਿਓ। ਫਿਰ ਆਖਦੇ ਹਨ, ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕਰਕੇ ਸਾਰਿਆਂ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਪੂਰਨ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਾਪ ਕੀਤਾ। ਜਾਪ ਕਰਨ ਤੋਂ ਬਾਅਦ ਦੇ ਵਿੱਚ ਇਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਦੇ ਦਿੱਤੀ ਗਈ।
आखदे हन अज जदों शाम का समा होया, धन गुरु अर्जन देव पातशाह जी कोठा साहिब विच टिकदे सन। बाबा बुढ़ा साहिब जी कहंदे ने सतगुरु धन गुरु ग्रंथ साहिब जी का सुख आसन करके अज सतगुरां दे पावन स्वरूप नूं कित्थे टिकाउणा है। तां गुरु अर्जन देव पातशाह जी कहन लगे, भाई कोठा साहिब वाली जगह दे विच तैयारी करो, नवा पलंग लिया करके लाया जावे, सुंदर उहदे उपर सेज विछाई जावे। अज तो धन गुरु ग्रंथ साहिब जी कोठा साहिब जी दे अंदर टिकिया करनगे। सतगुरु हजूर आप जी दा पलंगा पास ला दिता जावे। धन गुरु अर्जन देव पातशाह जी कहन लगे, नहीं अज तो असी पलंगे दे उपर विराजमान नहीं होवांगे, अज तो केवल ते केवल पलंगे दे उपर धन गुरु ग्रंथ साहिब जी का स्वरूप होया करेगा। साडे पास लागे थले जमीन दे उपर चादर विछा दिती जावे, असी अज तो थले धरती दे उपर आराम करया करांगे। ये साडे वास्ते बड़ा वड्डा उपदेश सी गुरु अर्जन देव पातशाह जी का। हालांकि सतगुरां नूं गुरता गद्दी भी प्राप्त नहीं हुई, पर गुरु अर्जन देव पातशाह जी सानू ये समझा रहे ने, भाई आपां गुरबाणी का कितना अदब ते सत्कार करना है। जदों भी गुरबाणी पढ़नी उच्ची जगह ते बैठ करके पढ़नी है, घर दे विच प्रकाश करना है तो गुरबाणी का प्रकाश उच्चा करना है, पलंगे दे उपर करना है, आप थले जमीन दे विच टिकना है। खैर यही कारण है कि अज असीं गुरबाणी का अदब ते सत्कार नहीं करते, अनेकों प्रकार के झगड़े ते दुखों दे विच फसदे जाने आ। गुरु अर्जन देव पातशाह जियां ने शाम के टाइम के उपर सो दर रहरा साहिब जी की पावन गुरबाणी का जाप होया। आरती दे जाप किए गए। समाप्ति तो उपरंत गुरु साहिब जी का पावन ते पवित्र स्वरूप अदब ते सत्कार दे नाल जिथे अज भी आपां कोठा साहिब के दर्शन करते हाँ, उस स्थान के उपर सतगुरां दे पावन ते पवित्र स्वरूप टकाए गए। धन गुरु अर्जन देव पातशाह जी थले जमीन के उपर लेटते ने। अज तो सतगुरु पातशाह जी ने जिथे आप बैठ करके हरमंदिर दे विच उपदेश दिया करते सन, जिस दिन तो प्रकाश हो गया, जिहड़ी मर्यादा अज तक अपने नाल निभदी आउंदी है कि सतगुरां दा प्रकाश होने तो पहला सतगुरु कहंदे हरमंदिर विच कीर्तन आरंभ होना चाहिए, जिद्दां अज भी आसा दी वार प्रारंभ हो जाती है। पर धन गुरु ग्रंथ साहिब जी की पावन सवारी जिहड़ी वो बाद दे विच जांदी है। शाम के टाइम के उपर कितनी बार अरदास होनी है, किहड़े टाइम के उपर आपां आ राग पढ़ना है, इस गुरबाणी नूं गाया जाना है। ये मर्यादा धन गुरु अर्जन देव पातशाह जियां ने कायम कीती ते हजूर ने बड़ा वड्डा साडे उपर परोपकार कीता। वड्डियां सतगुरां दी पावन ते गुरबाणी नूं इकत्तर करके सचखंड श्री हरमंदिर साहिब जी दे अंदर सतगुरां ने पहला प्रकाश करा दिता। जिस पावन ते पवित्र दिहाड़े नूं अज आपां जिथे जिथे भी गुरु की नानक नाम लेवा सिख संगतां बैठियां ने बड़ी श्रद्धा अते भावना दे नाल मनाया जा रहा है। मनाउणा सुभाग तां ही है जिथे आपां सतगुरु पातशाह जी की पावन गुरबाणी पढ़ते आ, गुरु साहिब जी का इतिहास वाचते आ, उत्थे नाल दी नाल गुरु साहिब जी दे वाचे हुए पाए हुए पूर्णियां दे उपर आपां भी पहरा दईए, गुरबाणी का वध तो वध अदब ते सत्कार करिए। फिर तां सतगुरां ने किरपा ही वरता दी अपने उपर। ये वड्डा ये भी कारण सी, धन गुरु अर्जन देव पातशाह जी कहते सन सिख दूर दरेडे तो चल करके आन करके साडे दर्शन करते ने, पर 10वीं जोत तो बाद दे विच जोत धन गुरु ग्रंथ साहिब जी के अंदर टिका दी गई। ये महाड़ ग्रंथ सतगुरां ने साडी झोली विच पा दिता। भाई जिथे भी सिख बैठा है अपने पास गुरु घर विच जा करके साडे प्रतख दर्शन कर सकता है। ते सानू ये वचन हो गए, आज्ञा पई अकाल की तभी चलायो पंथ, सब सिखण को हुक्म है गुरु मान्यो ग्रंथ। गुरु अर्जन देव पातशाह जी ने परोपकार किया। कलगीधर पातशाह जी सानू गुरु ग्रंथ साहिब जी दे लड़ ला करके गए। ये महान कुंभ जेड़ा धन गुरु अर्जन देव पातशाह जी ने रच करके अज दे दिन सतगुरां ने पहला प्रकाश सचखंड श्री हरमंदिर साहिब जी के अंदर करवा करके साडे उपर किरपा अते रहमत वरता करके सतगुरु गए ने। सतगुरु किरपा ते रहमत करन के असीं गुरबाणी का वध तो वध अदब ते सत्कार कर सकीए। सतगुरु जिस तरह आप शरीर दे विच रहिंदियां होया
ਪਾਵਨ ਗੁਰਬਾਣੀ ਦਾ ਅਦਬ ਤੇ ਸਤਿਕਾਰ ਕਰਦੇ ਰਹੇ ਹੋ। ਆਪ ਹਜੂਰ ਭਾਵੇਂ ਧਰਤੀ ਤੇ ਰਹਿੰਦੇ ਰਹੇ ਨੇ, ਪਰ ਗੁਰਬਾਣੀ ਤੋਂ ਕਦੇ ਵੀ ਉੱਚੇ ਹੋ ਕਰਕੇ ਨਹੀਂ ਬੈਠੇ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਤੋਂ ਅੱਗੇ ਗੁਰਬਾਣੀ ਦਾ ਅਦਬ ਤੇ ਸਤਿਕਾਰ ਕਰਦੇ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਤੇ ਰਹਿਮਤ ਕਰਨ, ਐਸੀ ਦਾਤ ਸਾਨੂੰ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋ ਜਾਵੇ। ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਦਾ ਜਿਹੜਾ ਸੰਖੇਪ ਵਿਚਾਰ ਸੀ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਂਝਾ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ, ਕਿਉਂਕਿ ਸਤਿਗੁਰੂ ਪੂਰੇ ਨੇ, ਅਸੀਂ ਅਧੂਰੇ ਹਾਂ। ਅਧੂਰਿਆਂ ਦੇ ਕੋਲੋਂ ਪੂਰਿਆਂ ਦੀ ਗੱਲ ਪੂਰੀ ਨਹੀਂ ਹੋ ਸਕਦੀ। ਇਹ ਕਿਰਪਾ ਸਤਿਗੁਰੂ ਆਪ ਵਰਤਾ ਕਰਕੇ ਜਿੰਨੀ ਕੁ ਰਹਿਮਤ ਕਰਦੇ ਨੇ, ਉਹਨੇ ਕ ਆਪਣੇ ਗੁਣ ਸਾਡੇ ਵਰਗਿਆਂ ਦੇ ਕੋਲੋਂ ਗਹਿਣ ਕਰਵਾ ਲੈਂਦੇ ਨੇ। ਸਤਿਗੁਰਾਂ ਦੀ ਪਾਵਨ ਵਿਚਾਰ ਸਾਂਝੀ ਕਰਦੇ ਆ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਪਾਤਸ਼ਾਹ ਜੀਆਂ ਦੀ ਸਾਚੀ ਨਿਵਾਜੀ ਸੰਗਤ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਆਗਾਮ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਾ, ਬਖਸ਼ੋ ਜੀ ਅਸੀਸ। ਸਰਬੱਤ ਸੰਗਤਾਂ ਗੱਜ ਕਰਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।